देव दे उपदेश नूं समझण दा मानण दा यतन करिए। प्यार सहित आखो जी सतनाम श्री वाहेगुरु। हरख सोग जाकै नहीं, बैरी मीत समान। कहो नानक सुन रे मना, मुकत ताहे तै जान। हरख ते सोग, बैरी ते मीत। क्योंकि जिथे कोई वैरी है, कोई मीत है, ਉਹਦੇ ਚੋਂ ਹਰਖ ਸੋਗ ਪ੍ਰਗਟ ਹੁੰਦਾ। ਕੋਈ ਸਾਡਾ ਮਿੱਤਰ ਹੈ, ਚੰਗਾ ਲੱਗਦਾ ਹੈ, ਕੋਈ ਸਾਡਾ ਵੈਰੀ ਹੈ, ਮਾੜਾ ਲੱਗਦਾ। ਮਿੱਤਰ ਕੋਲੋਂ ਦੁੱਖ ਨਹੀਂ ਸੁੱਖ ਮਿਲਦੇ ਪ੍ਰਤੀਤ ਹੁੰਦੇ ਨੇ, ਬੈਰੀ ਕੋਲੋਂ ਦੁੱਖ ਮਿਲਦੇ ਪ੍ਰਤੀਤ ਹੁੰਦੇ ਨੇ। ਬੈਰੀ ਮੀਤ ਦੇ ਵਿੱਚੋਂ ਹਰਖ ਸੋਗ ਪੈਦਾ ਹੁੰਦੇ ਨੇ। ਹਰਖ ਸੋਗ ਕਿੱਥੋਂ ਪੈਦਾ ਹੋਇਆ? ਬੈਰੀ ਮਿੱਤਰ, ਉਹਦੇ ਚੋਂ ਹਰਖ ਸੋਗ ਪੈਦਾ ਹੋਇਆ। ਬੈਰੀ ਮੀਤ ਪੈਦਾ ਹੋਏ। ਸਤਿਗੁਰੂ ਜੀ ਕਹਿੰਦੇ ਉਸ ਮਾਲਕ ਦੇ ਰੱਬੀ ਵਰਤਾਰੇ ਨੂੰ ਅਸੀਂ ਇੱਕ ਦ੍ਰਿਸ਼ਟੀ ਨਾਲ ਨਹੀਂ ਵੇਖਿਆ। ਜੋ ਮਾਲਕ ਨੇ ਵਰਤਾਇਆ, ਜੋ ਮਾਲਕ ਨੇ ਬਣਾਇਆ, ਅਸੀਂ ਉਸ ਨੂੰ ਉਸ ਰੂਪ ਦੇ ਵਿੱਚ ਕਬੂਲ ਨਹੀਂ ਕਰਦੇ ਜਿਸ ਰੂਪ ਦੇ ਵਿੱਚ ਵਾਹਿਗੁਰੂ ਸਾਡੀ ਝੋਲੀ 'ਚ ਪਾਉਣਾ ਚਾਹੁੰਦਾ। ਸਤਿਗੁਰ ਦਾ ਇੱਕ ਬੋਲ ਆਉਂਦਾ, ਗੁਰੂ ਅਰਜਨ ਦੇਵ ਜੀ ਦਾ, ਬੜਾ ਪਿਆਰਾ ਬੋਲ ਹੈ, ਅਤੇ ਸਤਿਗੁਰੂ ਨੇ ਉਦਾਹਰਨ ਵੀ ਬੜੀ ਪਿਆਰੀ ਦਿੱਤੀ। ਗੁਰੂ ਜੀ ਕਹਿੰਦੇ ਵੀ ਕੀ ਹੋਇਆ, ਇੱਕ ਬੱਕਰੀ ਤੇ ਲਾਗੇ ਘਾਹ ਬੜਾ ਹੈ, ਪੱਠਿਆਂ ਦੀ ਪੰਡ ਪਈ ਹੈ, ਤੇ ਲਾਗੇ ਸ਼ੇਰ ਦੇ ਲਾਗੇ ਬੱਧੀ ਹੋਈ। ਹੁਣ ਬੱਕਰੀ ਵਿਚਾਰੀ ਕੀ ਕਰੇ? ਹੁਣ ਘਾਹ ਪੱਠਾ ਜਿੰਨਾ ਮਰਜ਼ੀ ਖਾਏ, ਉਹ ਸੁੱਕੀ ਦੀ ਉਹਨੂੰ ਤੇ ਸਹਿਮ ਸਤਾਉਣਾ, ਡਰ ਸਤਾਉਣਾ, ਉਹਦੇ ਜੀਵਨ 'ਚ ਸੁੱਖ ਥੋੜ੍ਹਾ ਆ ਸਕਦਾ। ਸਾਹਿਬ ਜੀ ਕਹਿੰਦੇ ਅਜਾ ਭੋਗੰਤ ਕੰਧ ਮੂਲੰ ਬਸੰਤੇ ਸਮੀਪ ਕਹਿਰੈ। ਭੋਗਦੀ ਹੈ, ਘਾਹ ਖਾਂਦੀ ਹੈ, ਕੰਧ ਮੂਲ ਖਾਂਦੀ ਹੈ, ਪਰ ਸ਼ੇਰ ਸਾਹਮਣੇ। ਤਤਰ ਗਤੇ ਸੰਸਾਰ, ਨਾਨਕ ਸੋਗ ਹਰਖੰ ਵਿਆਪਦੇ। ਬਸ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਹਿਸਿਆਂ 'ਚ, ਸਹਿਮ ਵਿੱਚ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ। ਜਿਵੇਂ ਇੱਕ ਬੱਕਰੀ ਹੈ, ਘਾਹ ਪੱਠਾ ਹੈ, ਪਰ ਸ਼ੇਰ ਦੇ ਸਹਿਮ ਦੇ ਵਿੱਚ ਦੁਖੀ ਰਹਿੰਦੀ ਹੈ। ਇਸੇ ਤਰ੍ਹਾਂ ਆਹ ਹਰਖ ਸੋਗ ਬੰਦੇ ਨੂੰ ਵਿਆਪਿਆ ਹੁੰਦਾ। ਦਾਤਾਂ ਮਾਲਕ ਨੇ ਬਹੁਤ ਦਿੱਤੀਆਂ, ਧਨ ਮਿਲਿਆ, ਬੰਦੇ ਨੂੰ ਡਰ ਹੁੰਦਾ ਵੀ ਛੁੱਟ ਨਾ ਜਾਏ, ਛੁੱਟ ਨਾ ਜਾਏ। ਧਨ ਮਿਲਿਆ, ਡਰ ਹੁੰਦਾ ਆਹ ਨਾ ਹੋ ਜਾਏ, ਉਹ ਨਾ ਹੋ ਜਾਏ। ਸਹਿਮ ਦੇ ਵਿੱਚ ਹੀ ਜੀਵਨ ਲੰਘ ਗਿਆ। ਜਿਵੇਂ ਇੱਕ ਅਜ਼ਾ, ਇੱਕ ਬੱਕਰੀ ਦਾ ਜੀਵਨ ਸਹਿਮ ਦੇ ਵਿੱਚ ਲੰਘ ਗਿਆ, ਇਸੇ ਤਰ੍ਹਾਂ ਹਰਖ ਸੋਗ ਵਿਆਪਦਾ ਹੈ ਬੰਦੇ ਨੂੰ, ਨਿਰੰਤਰ ਵਿਆਪਦਾ ਰਹਿੰਦਾ। ਜਿਸ ਨੇ ਸਤਿਗੁਰੂ ਜੀ ਕਹਿੰਦੇ ਹੇ ਮਨ ਇਹ ਦਾਤ ਜਾਣ ਲਈ ਜੀਵਨ 'ਚ, ਠੀਕ ਹੈ ਹਰਖ ਵਿਆਪਿਆ, ਸੋਗ ਵਿਆਪਿਆ, ਸੋਗ ਦਾ ਬਹੁਤਾ ਸੰਬੰਧ, ਹਰਖ ਦਾ ਬਹੁਤਾ ਸੰਬੰਧ ਮਨ ਦੇ ਨਾਲ ਹੈ। ਤਾਂ ਕਰਕੇ ਸਤਿਗੁਰੂ ਨੇ ਮਨ ਨੂੰ ਸੰਬੋਧਨ ਕੀਤਾ। ਠੀਕ ਹੈ, ਤਨ ਰੋਗੀ ਹੁੰਦਾ, ਮਨ 'ਚ ਸੋਗ ਆਉਂਦੇ ਨੇ, ਤਨ 'ਚ ਰੋਗ ਆਉਂਦੇ ਨੇ। ਤਨ ਦੇ ਰੋਗ ਤੇ ਬਹੁਤ ਵਾਰ ਬੰਦਾ ਠੀਕ ਕਰ ਲੈਂਦਾ, ਮਨ ਦਾ ਸੋਗ ਨਹੀਂ ਬੰਦੇ ਕੋਲ ਠੀਕ ਹੁੰਦਾ। ਤਨ ਦਾ ਰੋਗ ਤੇ ਕਰ ਲਿਆ, ਚਲੋ ਆਪਾਂ ਕਸਰਤ ਕੀਤੀ, ਦਵਾ ਖਾਧੀ, ਰੋਗ ਠੀਕ ਹੋ ਗਿਆ, ਪਰ ਜਿਹੜਾ ਮਨ 'ਚ ਸੋਗ ਬਣਿਆ ਹੋਇਆ, ਚਿੰਤਾ ਬਣੀ ਹੋਈ ਹੈ, ਉਹ ਸਾਰੀ ਜ਼ਿੰਦਗੀ ਹੀ ਬਣੀ ਰਹਿੰਦੀ ਹੈ। ਰੋਗ ਤੇ ਸੋਗ ਬਣੇ ਰਹੇ, ਸੁਮੇਲ ਬਣਿਆ ਰਿਹਾ, ਹਰਖ ਸੋਗ ਬਣਿਆ ਰਿਹਾ, ਕਿਉਂਕਿ ਸਮਾਨ ਨਹੀਂ ਜਾਣਿਆ। ਇਹ ਨਹੀਂ ਜਾਣਿਆ ਵੀ ਤਨ ਮਿਲਿਆ, ਕੋਈ ਗੱਲ ਨਹੀਂ, ਕੋਈ ਰੋਗ ਲੱਗ ਸਕਦਾ ਹੈ। ਆਦ ਵਿਆਦ ਉਪਾਦ, ਕਿਸੇ ਕਾਰਨ ਕੁਝ ਵਾਧ ਘਾਟ ਹੋ ਸਕਦੀ ਹੈ।
ਇਹ ਵੀ ਨਹੀਂ ਜਾਣਿਆ ਵਾਹਿਗੁਰੂ ਚੱਲ ਇਹ ਤੇਰਾ ਪ੍ਰਸਾਦ। ਬਾਣੀ ਪੜ੍ਹਦੇ ਆਪਾਂ, ਸਾਰੇ ਪੜ੍ਹਦੇ। ਜਪਜੀ ਸਾਹਿਬ ਕਿਹਨੂੰ ਨਹੀਂ ਯਾਦ ਹੋਏਗਾ, ਹੈ ਸਭਨਾ। ਤੇ ਪੜ੍ਹਦੇ ਆ ਨਾ, ਕੇਤਿਆਂ ਦੁੱਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ। ਰੱਬ ਦੇ ਪਿਆਰਿਆਂ ਨੇ ਦੁੱਖ ਨੂੰ ਵੀ ਪ੍ਰਸਾਦ ਜਾਣਿਆ ਵੀ ਆ ਵੀ ਤੇਰੀ ਦਾਤ ਹੈ। ਅੱਜ ਜੇ ਕੁਝ ਜੀਵਨ 'ਚ ਵਰਤਿਆ ਵਰਤਾਰਾ, ਸਮਾਨ ਜਾਣ ਲੈਣ, ਹਰ ਸੋਗ ਸਮਾਨ ਜਾਣ ਲੈ। ਤੇ ਇਹ ਜਾਣ ਲਿਆ ਵਾਹਿਗੁਰੂ ਜ਼ਰੂਰੀ ਸੀ ਤੂੰ ਮੈਨੂੰ ਦੇ ਦਿੱਤੇ। ਕੋਈ ਮਨੁੱਖ ਸੀ, ਕਿਸੇ ਰੱਬ ਦੇ ਪਿਆਰੇ ਨੂੰ ਅੱਜ ਉਹ ਆ ਕੇ ਕਹਿੰਦਾ, ਗੁਰਮੁਖਾ ਰੱਬ ਦੇ ਆ ਪਿਆਰਿਆ, ਕਿੰਨੀਆਂ ਰੱਬ ਦੀਆਂ ਦਾਤਾਂ ਤੇਰੇ ਕੋਲ ਨੇ, ਕਿਰਪਾ ਕਰ ਮੈਨੂੰ ਜੀਵਨ 'ਚ ਸੁੱਖ ਮਿਲ ਜਾ। ਦੁੱਖ ਕਿਉਂ ਆਉਂਦੇ ਨੇ? ਮੈਨੂੰ ਸੁੱਖ ਹੀ ਸੁੱਖ ਮਿਲ। ਤੇ ਜਦੋਂ ਰੱਬ ਦੇ ਪਿਆਰੇ ਨੂੰ ਮਿਲਣ ਆਇਆ ਸੀ ਨਾ, 2 ਬੂਟੇ ਲੈ ਕੇ ਆਇਆ ਸੀ ਗਮਲਿਆਂ 'ਚ, ਵੀ ਤੁਹਾਨੂੰ ਭੇਟਾ ਕਰਨੇ ਨੇ, ਰੱਖਣੇ ਨੇ। ਰੱਬ ਦਾ ਪਿਆਰਾ ਕਹਿਣ ਲੱਗਾ ਠੀਕ ਹੈ ਰੱਖ ਦੇ। ਤੇ ਰੱਬ ਦੇ ਪਿਆਰੇ ਨੇ ਕਿਹਾ ਵੀ ਕੁਝ ਮਹੀਨਿਆਂ ਬਾਅਦ ਆਈ, ਤੈਨੂੰ ਕੁਝ ਨਾ ਕੁਝ ਇਲਾਜ ਦੱਸਾਂਗੇ। ਕੁਝ ਮਹੀਨੇ ਬਾਅਦ ਆਇਆ, 2 ਬੂਟੇ ਜਿਹੜੇ ਦਿੱਤੇ ਸਨ ਗਮਲੇ 'ਚ, ਰੱਬ ਦੇ ਪਿਆਰੇ ਨੇ ਇੱਕ ਨੂੰ ਅੰਦਰ ਰੱਖ ਲਿਆ, ਇੱਕ ਨੂੰ ਬਾਹਰ ਧੁੱਪੇ ਰੱਖ ਦਿੱਤਾ। ਜਦੋਂ ਆ ਕੇ ਵੇਖਦਾ, ਅੰਦਰ ਵਾਲਾ ਬੂਟਾ ਬਹੁਤਾ ਨਹੀਂ ਵਧਿਆ, ਉੱਥੇ ਦਾ ਉੱਥੇ। ਜਿਹੜਾ ਬਾਹਰ ਸੀ, ਜਿਹਨੇ ਧੁੱਪ ਸਹਾਰੀ, ਜਿਹਨੇ ਮੀਂਹ ਸਹਾਰਿਆ, ਜਿਹਨੇ ਹਵਾ ਸਹਾਰੀ, ਉਹ ਬੂਟਾ ਹਰਿਆ ਭਰਿਆ। ਰੱਬ ਦਾ ਪਿਆਰਾ ਕਹਿਣ ਲੱਗਾ ਦੇਖ ਤੇਰਾ ਜਵਾਬ ਤੈਨੂੰ ਮਿਲ ਗਿਆ। ਤੂੰ ਚਾਹੁੰਦਾ ਵੀ ਮੈਂ ਇਸ ਜੀਵਨ 'ਚ ਬਸ ਸੁੱਖ ਹੀ ਸੁੱਖ ਆਉਂਦੇ ਰਹਿਣ, ਭੋਗਦਾ ਰਵਾਂ। ਪਰ ਕਹਿਣ ਲੱਗਾ ਵੇਖ, ਜਿਹੜਾ ਬੂਟਾ ਧੁੱਪੇ ਨਹੀਂ ਬੈਠਾ, ਜਿਹਦੇ ਉੱਤੇ ਕਣੀਆਂ ਨਹੀਂ ਪਈਆਂ, ਜਿਹਦੇ ਉੱਤੇ ਹਵਾ ਦੇ ਝੰਜੋੜੇ ਨਹੀਂ ਪਏ, ਆ ਵੇਖ ਉੱਡਾ ਦਾ ਉੱਡਾ ਰਹਿ ਗਿਆ। ਜਿਹਨੇ ਧੁੱਪ ਸਹਾਰੀ, ਮੀਂਹ ਸਹਾਰਿਆ, ਕਿੱਡਾ ਹਰਿਆ ਭਰਿਆ। ਤੇ ਜੇ ਜੀਵਨ ਰੱਬ ਨੇ ਦਿੱਤਾ, ਇਹ ਚੀਜ਼ਾਂ ਸਹਾਰਨੀਆਂ ਪੈਣੀਆਂ, ਕਬੂਲ ਕਰਨੀਆਂ ਪੈਣੀ। ਇੱਕ ਸਮਾਨ ਕਰਕੇ ਜਾਣ ਲੈਣਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇੱਕ ਹੋ ਜਾਂਦੀ, ਇੱਕ ਦ੍ਰਿਸ਼ ਸਮਾਨ ਹੋ ਜਾਂਦੀ ਹੁੰਦੀ, ਫਰਕ ਮਿਟ ਜਾਂਦਾ ਹੈ। ਹਰਖ ਸੋਗ ਜਾ ਕੇ ਨਹੀਂ, ਹਰਖ ਸੋਗ ਅੰਦਰ ਨਹੀਂ। ਖੁਸ਼ੀ ਆਈ ਬਹੁਤੇ ਭੰਗੜੇ ਨਹੀਂ ਪਾਏ, ਦੁੱਖ ਆਇਆ ਕੋਈ ਘਟਨਾ ਵਾਪਰ ਗਈ ਰੋਣ ਨਹੀਂ ਲੱਗ ਪਿਆ, ਇੱਕੋ ਜਾ ਰਿਹਾ। ਬੈਰੀ ਮੀਤ ਸਮਾਨ, ਜਿੱਥੇ ਬੈਰੀ ਤੇ ਮਿੱਤਰ ਸਮਾਨ ਜਾਣੇ, ਕਿਸੇ ਨਾਲ ਬਹੁਤੀ ਨੇੜਤਾ ਨਹੀਂ, ਕਿਸੇ ਨਾਲ ਬਹੁਤੀ ਨਫ਼ਰਤ ਨਹੀਂ, ਇੱਕ ਸਮਾਨ। ਜਦੋਂ ਵੀ ਬਾਣੀ ਨੇ ਹੋਕਾ ਦਿੱਤਾ ਹੈ, ਇੱਕ ਸਮਾਨ ਦਾ ਹੀ ਹੋਕਾ ਦਿੱਤਾ ਹੈ, ਸਭ ਇੱਕ ਸਮਾਨ ਨੇ। ਜਦੋਂ ਵੀ ਗੁਰਦੇਵ ਨੇ ਕਿਰਪਾ ਕੀਤੀ, ਜਦੋਂ ਆਪਾਂ ਵੇਖਦੇ ਹਾਂ ਗੁਰ ਇਤਿਹਾਸ ਵਿੱਚ ਘਟਨਾਵਾਂ ਵਾਪਰੀਆਂ ਨੇ, ਜਾਂ ਕਹੀਏ ਗੁਰਦੇਵ ਨੇ ਵਰਤਾ ਕੇ ਦੱਸੀਆਂ ਨੇ ਸਾਨੂੰ ਵੀ ਇਸ ਤਰ੍ਹਾਂ ਦਾ ਮਨੁੱਖ ਦਾ ਜੀਵਨ ਹੋਣਾ ਚਾਹੀਦਾ। ਧੰਨ ਗੁਰੂ ਅਰਜੁਨ ਦੇਵ ਸਾਹਿਬ ਕੋਈ ਤੱਤੀ ਰੇਤ ਪਾ ਰਿਹਾ, ਕੋਈ ਤੱਤੀ ਤਵੀ 'ਤੇ ਬਿਠਾ ਰਿਹਾ, ਕੋਈ ਉਬਲਦੀ ਦੇਗ ਤਿਆਰ ਕਰ ਰਿਹਾ। ਤੇ ਮੀਆਂ ਮੀਰ ਜੀ ਨੇ ਬੋਲ ਕਹੇ ਸਨ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਵੀ ਤੁਸੀਂ ਤੇ ਕਹਿੰਦੇ ਹੋ ਨਾ ਕੋ ਬੈਰੀ ਨਹੀਂ ਬਿਗਾਨਾ, ਫਿਰ ਆਹ ਕੀ ਹੈ? ਤੁਸੀਂ ਤੇ ਕਹਿੰਦੇ ਹੋ ਮੇਰਾ ਕੋਈ ਦੁਸ਼ਮਣ ਨਹੀਂ, ਆ ਰੇਤ ਪਾਉਣ ਵਾਲਾ ਕੌਣ ਹੈ, ਤੱਤੀ ਤਵੀ ਕਰਨ ਵਾਲਾ ਕੌਣ ਹੈ? ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਇਹਨਾਂ ਦੀ ਨਜ਼ਰ 'ਚ ਮੈਂ ਇਹਨਾਂ ਦਾ ਦੁਸ਼ਮਣ ਹੋਊਂਗਾ, ਮੇਰੀ ਨਜ਼ਰ 'ਚ ਮੇਰੇ ਪਿਆਰੇ ਨੇ, ਮੇਰੀ ਨਜ਼ਰ 'ਚ ਇਹਨਾਂ 'ਚੋਂ ਕੋਈ ਦੁਸ਼ਮਣ ਨਹੀਂ ਹੈ। ਮੇਰੀ ਨਜ਼ਰ 'ਚ ਤੱਤੀ ਤਵੀ ਵਾਲਾ ਵੀ ਉਹੋ ਜਿਹਾ ਰੇਤ। ਤਾਂ ਹੀ ਵੇਖੋ ਗੁਰੂ ਅਰਜੁਨ ਦੇਵ ਸਾਹਿਬ ਕਿੰਨਾ ਵਰਤਾਰਾ ਵਰਤੈ, ਮੁੱਖ ਤੋਂ ਇੱਕ ਵੀ ਤੱਤਾ ਬੋਲ ਨਹੀਂ ਕੱਢਿਆ ਕਿ ਤੁਸੀਂ ਗਰਕ ਹੋ ਜਾਓ, ਤੁਹਾਡਾ ਕੱਖ ਨਾ ਰਹੇ ਨਾ। ਸਤਿਗੁਰ ਨੇ ਕੋਈ ਐਸਾ ਬੋਲ ਬੋਲੇ ਨਹੀਂ ਬੋਲਿਆ। ਜਿੱਥੇ ਬੈਰੀ ਮੀਤ ਸਮਾਨ, ਆ 1664 ਨੂੰ ਗੁਰੂ ਅਰਜੁਨ ਦੇਵ ਸਾਹਿਬ, ਧੰਨ ਮਾਫ ਕਰਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਤੇ ਜਦੋਂ ਈਰਖਾਲੂ ਸਨ, ਜਿਹੜੇ ਪਰਾਈ ਤਾਤ ਨਾਲ ਭਰੇ ਨੇ, ਜਿਹੜੇ ਵੈਰੀ ਮਿੱਤਰ ਇਹਦੇ ਵਿੱਚ ਉਲਝੇ ਹੋਏ ਨੇ, ਤੇ ਉਹਨਾਂ ਵਿੱਚੋਂ
ਧੀਰਮਲ ਸੀ ਜਿਹੜਾ, ਸ਼ੀਂਹੇ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਾਉਂਦਾ ਹੈ, ਅਤੇ ਉੱਥੇ ਵੀ ਸਤਿਗੁਰੂ ਜੀ ਕਹਿੰਦੇ ਨੇ, ਧੀਰਮਲ ਤੇਰਾ ਵਾਹ ਭਲਾ, ਤੇਰਾ ਵਾਹ ਭਲਾ, ਤੇਰਾ ਵਾਹ ਭਲਾ। ਇੱਥੇ ਬੈਰੀ ਮੀਤ ਸਮਾਨ ਹੈ। ਸਭਨਾਂ ਨੂੰ ਇੱਕੋ ਨਜ਼ਰ ਨਾਲ ਭਾਈ ਮਰਦਾਨਾ ਜੀ ਨੇ ਕਿਹਾ ਸੀ, ਗੁਰੂ ਨਾਨਕ ਸਤਿਗੁਰੂ ਮੈਂ ਹੈਰਾਨ ਹਾਂ ਤੁਹਾਡੀ ਕਰਨੀ ਤੋਂ। ਜਿਹੜੇ ਲੋਕ ਤੁਹਾਨੂੰ ਵੱਟੇ ਮਾਰਨ ਆਉਂਦੇ ਨੇ, ਤੁਸੀਂ ਉਹਨਾਂ ਨੂੰ ਉਪਦੇਸ਼ ਦੇ ਰਹੇ ਹੋ ਕਿ ਤੁਹਾਡੇ ਮਨ 'ਚ ਕੋਈ ਰੋਹ ਨਹੀਂ ਆਉਂਦਾ, ਗੁੱਸਾ ਨਹੀਂ ਆਉਂਦਾ ਵੀ ਇਹ ਤੁਹਾਨੂੰ ਬੇਤਾਲਾ ਕਹਿ ਰਹੇ ਨੇ, ਭੂਤਲਾ ਕਹਿ ਰਹੇ ਨੇ, ਤੁਹਾਡੇ 'ਤੇ ਪੱਥਰਾਂ ਦੀ ਵਰਖਾ ਕਰਦੇ ਪਏ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮਰਦਾਨਿਆਂ, ਪਾਗਲ ਹੁੰਦਾ, ਹੋ ਸਕਦਾ ਹੈ ਉਹ ਵੈਦ ਦੇ ਕੱਪੜੇ ਪਾੜਦੇ, ਵੈਦ ਨੂੰ ਮਾੜਾ ਕਹੇ, ਪਰ ਸਿਆਣਾ ਵੈਦ ਕਦੇ ਕਿਸੇ ਪਾਗਲ ਦਾ ਗੁੱਸਾ ਨਹੀਂ ਕਰਦਾ। ਉਹਨੂੰ ਪਤਾ ਹੁੰਦਾ ਕੋਈ ਗੱਲ ਨਹੀਂ, ਬੇਸਮਝਾ ਹੈ ਜੇ, ਸਮਝ ਆਏਗੀ ਠੀਕ ਹੋ ਜਾਏਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮਰਦਾਨਿਆਂ, ਆਪਾਂ ਵੀ ਇਹਨਾਂ ਦਾ ਗੁੱਸਾ ਨਹੀਂ ਕਰਨਾ, ਆਪਾਂ ਵੀ ਪਰਵਾਹ ਨਹੀਂ ਕਰਨੀ, ਕੋਈ ਗੱਲ ਨਹੀਂ। ਇੱਦਾਂ ਦੇ ਨੇ, ਜੇ ਇਹ ਸੁਭਾਅ ਨਹੀਂ ਛੱਡਦੇ ਫਿਰ ਆਪਾਂ ਨੂੰ ਵੀ ਨਹੀਂ ਛੱਡਣਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬੋਲ ਆਉਂਦਾ ਬਾਣੀ 'ਚ। ਸਾਡੀ ਤੇ ਆਦਤ ਹੈ, ਸਾਡੇ ਕੋਲੋਂ ਤੇ ਕਈ ਵਾਰ ਘਰ ਵਾਲਿਆਂ ਦੇ ਬੋਲ ਨਹੀਂ ਸਾਰੇ ਜਾਂਦੇ, ਅਸੀਂ ਤੇ ਕਈ ਵਾਰ ਘਰ ਦੇ ਰਿਸ਼ਤਿਆਂ 'ਚ ਹੀ ਵੈਰੀ ਮਿੱਤਰ ਬਣ ਗਏ, ਉੱਥੇ ਵੀ ਬੈਰ ਪੈਦਾ ਹੋ ਜਾਂਦਾ। ਤੇ ਬੈਰੀ ਮੀਤ ਸਮਾਨ, ਜਿੱਥੇ ਸਮਾਨ ਇੱਕੋ ਜਾਏ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਇੱਕ ਚੰਦਨ ਦਾ ਬੂਟਾ ਹੈ, ਉਹਦੇ ਦੁਆਲੇ ਕਿੰਨੇ ਸੱਪ ਉਹਨੂੰ ਘੇਰ ਕੇ ਰੱਖਦੇ ਨੇ, ਤੇ ਜਦੋਂ ਸੱਪ ਉਸ ਚੰਦਨ ਨੂੰ, ਕਿਉਂਕਿ ਚੰਦਨ ਵਿੱਚ ਠੰਡਕ ਹੈ, ਸੱਪਾਂ ਨੂੰ ਸ਼ੀਤਲਤਾ ਮਿਲਦੀ ਹੈ, ਸੱਪ ਆਪਣਾ ਜ਼ਹਿਰ ਵੀ ਕਈ ਵਾਰ ਉਗਲਦੇ ਨੇ, ਪਰ ਕਦੇ ਵੀ ਚੰਦਨ ਨੇ ਨਾ ਆਪਣੀ ਸੁਗੰਧੀ ਛੱਡੀ ਹੈ, ਨਾ ਆਪਣੀ ਸ਼ੀਤਲਤਾਈ ਸੁਗੰਧੀ ਛੱਡੀ ਹੈ, ਨਾ ਸੁਗੰਧ ਛੱਡੀ, ਨਾ ਸ਼ੀਤਲਤਾਈ ਠੰਡ ਹੀ ਛੱਡੀ। ਸਤਿਗੁਰੂ ਕਹਿੰਦੇ, ਰੱਬ ਦੇ ਪਿਆਰੇ ਵੀ ਇਸੇ ਤਰ੍ਹਾਂ ਮੁਕਤ ਨੇ ਸੰਤ ਜਨ, ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੈ ਅਸੰਤ। ਮਲਿਆਗਰ ਭੁਯੰਗਮ ਬੇੜਿਓ, ਤਾਂ ਸ਼ੀਤਲਤਾ ਨਾ ਤਜੰਤ। ਕਿਸੇ ਨੇ ਵਾਹ ਵਾਹ ਕਹਿਤਾ ਤਾਂ ਵੀ ਉੱਦਾਂ ਰਹੇ, ਕਿਸੇ ਨੇ ਥੋੜ੍ਹੀ ਬਹੁਤ ਨਿੰਦਾ ਕਰਤੀ, ਰੱਬ ਦੇ ਪਿਆਰੇ ਤਾਂ ਵੀ ਉੱਦਾਂ ਰਹੇ। ਬੈਰੀ ਮੀਤ ਸਮਾਨ, ਕੋਈ ਗੱਲ ਨਹੀਂ। ਇਸ ਤਰ੍ਹਾਂ ਦਾ ਸੁਭਾਅ ਹੈ, ਜਿਸ ਤਰ੍ਹਾਂ ਦਾ ਚੰਦਨ ਦਾ ਰੁੱਖ ਹੁੰਦਾ ਹੈ, ਸ਼ੀਤਲਤਾ ਵੰਡਦਾ ਹੈ, ਸੁਗੰਧੀ ਵੰਡਦਾ ਹੈ। ਰੱਬ ਦਾ ਪਿਆਰਾ ਵੀ ਬੜਾ ਮੁਕਤ ਹੈ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹੇ ਮਨ, ਉਸ ਨੂੰ ਤੂੰ ਮੁਕਤ ਜਾਣੀ। ਸਰੀਰ ਕਰਕੇ ਤੇ ਸੰਸਾਰ, ਸਰੀਰ ਕਦੇ ਵੀ ਸ਼ਮਸ਼ਾਨ ਘਾਟ ਨੂੰ ਓਵਰਟੇਕ ਨਹੀਂ ਕਰੇ। ਸਰੀਰ ਹੈ ਨਾ ਜਿਹੜਾ ਸਾਡਾ ਬਣਿਆ, ਇੱਥੇ ਸੰਸਾਰ 'ਚ ਰਹਿ ਜਾਂਦਾ। ਮੁਕਤੀ ਦੀ ਗੱਲ ਇਹ ਮਨ ਦੀ ਹੈ ਸਾਹਿਬ ਜੀ। ਮੁਕਤੀ ਦੀ ਗੱਲ ਸਤਿਗੁਰ ਨੇ ਕੀਤੀ ਹੈ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹ ਧਨਵਾਨ, ਉਹ ਕੁਲਵੰਤ ਵੀ ਹੈ, ਪਤ ਵਾਲਾ ਵੀ ਹੈ। ਜਿਹਦੇ ਹਿਰਦੇ 'ਚੋਂ ਮਾਲਕ ਵਸਿਆ, ਉਹਦਾ ਜੀਵਨ ਕਦੇ ਵੀ ਬੰਧਨ 'ਚ ਨਹੀਂ ਪੈ ਸਕਦਾ। ਕੋਈ ਵੀ ਚੀਜ਼ ਉਹਦੇ ਜੀਵਨ 'ਚ ਰੁਕਾਵਟ ਨਹੀਂ ਪੈਦਾ ਕਰ ਸਕਦੀ। ਸੋ ਜਿੱਥੇ ਇਸ ਤਰ੍ਹਾਂ ਦੀ ਮੁਕਤੀ ਮਿਲ ਗਈ ਅੰਦਰ ਦੀ, ਮੁਕਤ ਤਾਹੇ ਤੈ ਜਾਨ। ਹੇ ਮਨ, ਉਸ ਨੂੰ ਤੂੰ ਮੁਕਤ ਜਾਣਨਾ ਕਰ। ਤੇ ਇਹ ਅਵਸਥਾ ਹੇ ਮਨ, ਤੂੰ ਵੀ ਆਪਣੀ ਬਣਾਉਣੀ ਕਰ। ਪੈ ਕਾਹੂ ਕੋ ਦੇਤ ਨਹਿ ਪੈ ਮਨ ਧਿਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗੁਰਦੇਵ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਵੇਖੋ ਗੁਰਦੇਵ ਦੇ ਜੀਵਨ 'ਚ ਭੈ ਨਹੀਂ ਹੈ। ਨਾ ਡਰਦੇ ਨੇ, ਨਾ ਕਿਸੇ ਨੂੰ ਡਰਾਉਂਦੇ ਨੇ। ਅਕਾਲ ਪੁਰਖ ਦਾ ਸੁਭਾਅ ਵੀ ਇਸੇ ਤਰ੍ਹਾਂ। ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਉਹਦੇ 'ਚ ਬਚਨ ਆਉਂਦੇ ਨਿਰਭਉ, ਬਚਨ ਆਉਂਦਾ ਨਿਰਵੈਰ। ਵਾਹਿਗੁਰੂ ਤੈਨੂੰ ਭੈ ਕੋਈ ਨਹੀਂ ਕਿਸੇ ਦਾ।
ਤੇ ਅਕਾਲ ਪੁਰਖ ਤੇਰਾ ਕਿਸੇ ਨਾਲ ਵੈਰ ਨਹੀਂ ਹੈ, ਕਿਸੇ ਨਾਲ ਵੀ। ਨਿਰਭਉ ਵੀ ਹੈ, ਨਿਰਵੈਰ ਵੀ ਹੈ। ਤੇ ਸਤਿਗੁਰੂ ਤੁਹਾਡਾ ਜੀਵਨ ਪੜ੍ਹੀਏ, ਤੁਸੀਂ ਨਿਰਭਉ ਵੀ ਹੋ, ਤੁਸੀਂ ਨਿਰਵੈਰ ਵੀ ਹੋ। ਤੁਹਾਡੇ ਜੀਵਨ 'ਚ ਕੋਈ ਵੀ ਭੈ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰਦੇਵ ਨੂੰ ਗ੍ਰਿਫਤਾਰ ਕੀਤਾ, ਪਿੰਜਰੇ 'ਚ ਪਾਇਆ, ਕਾਲ ਕੋਠੜੀ 'ਚ ਪਾਇਆ, ਭੂਤਾਂ ਵਾਲੀ ਹਵੇਲੀ 'ਚ ਰੱਖਿਆ ਵੀ ਸ਼ਾਇਦ ਕਿਸੇ ਪ੍ਰਕਾਰ ਦਾ ਕੋਈ ਭੈ ਡਰ ਆ ਜਾਏ। ਤੇ ਸਾਡੇ ਮਾਨਵੀ ਮੰਡਲ 'ਚ ਸਭ ਤੋਂ ਵੱਡਾ ਡਰ ਮੌਤ ਦਾ। ਤੇ ਗੁਰਦੇਵ ਦੇ ਅੱਗੇ ਜਦੋਂ ਇਹ ਗੱਲ ਕਹੀ, ਸਤਿਗੁਰੂ ਨੇ ਕਿਹਾ ਵੀ ਨਹੀਂ, ਮੈਂ ਇਹਨੂੰ ਵੀ ਕਬੂਲ ਕਰਦਾ, ਮੈਂ ਇਹਨੂੰ ਵੀ ਕਬੂਲ ਕਰਦਾ। ਸ਼ਹਾਦਤ ਹੋਈ ਸਤਿਗੁਰੂ ਦੀ। ਇੱਕ ਪਾਸੇ ਔਰੰਗਜ਼ੇਬ 1600 ਲਗਭਗ 57 ਦੇ ਕਰੀਬ ਉਹ ਤਖ਼ਤ 'ਤੇ ਬੈਠਦਾ। ਕਿੰਨੇ ਲੋਕ ਡਰੇ ਹੋਏ ਸਨ, ਤਰਾਹ ਤਰਾਹ ਕਰ ਰਹੇ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਪਾਸੇ ਡਰਾ ਰਿਹਾ ਲੋਕਾਂ ਨੂੰ ਬਾਦਸ਼ਾਹ ਹਾਕਮ, ਦੂਸਰੇ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਾਈ ਨਹੀਂ ਡਰਨਾ, ਨਹੀਂ ਨਾ ਕਿਸੇ ਨੂੰ ਡਰਾਉਣਾ। ਕਿਉਂਕਿ ਜਿਹੜਾ ਡਰਦਾ ਹੈ ਉਹ ਵੀ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ, ਜਿਹੜਾ ਡਰਾ ਰਿਹਾ ਸਮਝ ਲਓ ਉਹ ਵੀ ਨਾਸਤਕ ਹੀ। ਦੋਨਾਂ ਨੇ ਕਬੂਲ ਨਹੀਂ ਕੀਤਾ। ਜਿਨਨੇ ਉਸ ਮਾਲਕ ਨੂੰ ਕਬੂਲ ਕਰ ਲਿਆ ਉਹ ਨਾ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ। ਤੇ ਜਿੱਥੇ ਭੈ ਨਹੀਂ, ਭੈ ਕਾਹੂ ਕੋ ਦੇਤ ਨਹਿ, ਕਿਸੇ ਨੂੰ ਡਰ ਨਾ ਦੇ। ਸਾਡੇ ਕੋਲ ਕਈ ਵਾਰ ਕੁਝ ਸ਼ਕਤੀਆਂ ਵੱਧ ਜਾਂਦੀਆਂ, ਧਨ ਦੀ ਤਾਕਤ ਵੱਧ ਗਈ ਤਾਂ ਬੰਦਾ ਪ੍ਰਭਾਵ ਪਾਉਣਾ ਚਾਹੁੰਦਾ। ਕੋਈ ਹੋਰ ਅਹੁਦੇ ਦੀ ਤਾਕਤ ਵੱਧ ਗਈ ਤਾਂ ਬੰਦਾ ਪ੍ਰਭਾਵ ਪਾਉਣਾ ਚਾਹੁੰਦਾ। ਸਰੀਰ ਦੀ ਤਾਕਤ ਵੱਧ ਗਈ ਤਾਂ ਪ੍ਰਭਾਵ ਪਾਉਣਾ ਚਾਹੁੰਦਾ, ਕਿਸੇ ਨੂੰ ਡਰਾਉਣਾ ਚਾਹੁੰਦਾ। ਪਰ ਜਿਹਨੂੰ ਇਹ ਬੋਧ ਆ ਗਿਆ, ਠੀਕ ਹੈ ਧਨ ਵੀ ਹੈ, ਠੀਕ ਹੈ ਤਨ ਦੀ ਤਾਕਤ ਵੀ ਹੈ, ਠੀਕ ਹੈ ਮਾਲਕ ਨੇ ਦਾਤ ਵੀ ਬੜੀ ਵੱਡੀ ਬਖਸ਼ਿਸ਼ ਕੀਤੀ ਹੈ, ਪਰ ਉਹਦੇ ਜੀਵਨ 'ਚ ਕਿਸੇ ਨੂੰ ਆਪਣੇ ਅਧੀਨ ਕਰ ਲੈਣਾ ਡਰ 'ਚ ਇਹ ਭਾਵ ਨਹੀਂ ਹੁੰਦਾ। ਕਿਉਂਕਿ ਡਰ ਗੁਲਾਮੀ ਦਾ ਪ੍ਰਤੀਕ, ਸਦਾ ਹੀ ਡਰ 'ਚੋਂ ਹਮੇਸ਼ਾ ਗੁਲਾਮੀ ਨਿਕਲਦੀ ਹੈ। ਕਿਸੇ ਬੰਦੇ ਦੇ ਗਰਦਨ 'ਤੇ ਕਿਸੇ ਨੇ ਚਾਕੂ ਰੱਖਿਆ ਤੇ ਕਿਹਾ ਵੀ ਨਹੀਂ ਤੇ ਮਾਰ ਦੇਣਾ, ਸਾਰੀ ਚੀਜ਼ ਜੇ ਤੇਰੇ ਕੋਲ ਹੈ ਮੇਰੇ ਹਵਾਲੇ ਕਰ ਦੇ, ਬੰਦਾ ਹਵਾਲੇ ਕਰ ਦਿੰਦਾ। ਡਰ 'ਚੋਂ ਗੁਲਾਮੀ ਪੈਦਾ ਹੋਈ। ਤੇ ਇੱਥੋਂ ਤੱਕ ਜਿਹੜਾ ਨਰਕ ਸਵਰਗ ਦਾ ਡਰ ਪਾਇਆ ਸੀ, ਸਾਹਿਬ ਜੀ ਕਹਿੰਦੇ ਮੈਨੂੰ ਵੀ ਨਹੀਂ ਕਬੂਲ ਕਰਦਾ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਇਹ ਵੀ ਡਰ ਸੀ ਨਾ। ਹਾਂ, ਸਤਿਗੁਰ ਨੇ ਭੈ ਦੀ ਗੱਲ ਜ਼ਰੂਰ ਕੀਤੀ ਹੈ ਗੁਰਮੁਖ, ਪਰ ਭੈ ਅਕਾਲ ਪੁਰਖ ਦਾ। ਉਹ ਭੈ ਜੀਵਨ ਨੂੰ ਸਵਾਰਦਾ। ਕਿਉਂਕਿ ਡਰ ਹੈ, ਜਿਵੇਂ ਵੇਖੋ ਅਸੀਂ ਸੜਕ 'ਤੇ ਚੱਲਦੇ ਹਾਂ, ਕਾਨੂੰਨ ਦੇ ਭੈ 'ਚ ਰਹਿੰਦੇ ਹਾਂ। ਇਹ ਤਾਂ ਨਹੀਂ ਵੀ ਜਿੱਧਰ ਮਰਜ਼ੀ ਗੱਡੀ 'ਚ ਵਜਾ ਲਈ, ਸਾਨੂੰ ਪਤਾ ਹੁੰਦਾ ਵੀ ਸਾਡੀ ਆਹ ਸਾਈਡ ਹੈ। ਇੱਕ ਭੈ ਜੀਵਨ ਨੂੰ ਸਵਾਰਦਾ। ਵਾਹਿਗੁਰੂ ਦਾ ਭੈ ਹੈ ਜਿਹੜਾ ਜੀਵਨ ਨੂੰ ਸਵਾਰਦਾ ਹੈ, ਜਿਹੜਾ ਸਭਨਾਂ ਦੇ ਉੱਤੇ ਲਾਗੂ ਹੁੰਦਾ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੌਣ ਨਹੀਂ ਹੈ, ਸਭ ਕੁਝ ਉਸ ਮਾਲਕ ਦੇ ਭੈ ਹੁਕਮ ਦੇ ਵਿੱਚ ਹੈ। ਅਖੀਰ ਤੇ ਕਹਿੰਦੇ ਨੇ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਕ। ਇੱਕ ਮਾਲਕ ਵਾਹਿਗੁਰੂ ਅਕਾਲ ਪੁਰਖ, ਜਿਹੜਾ ਅਕਾਲ ਪੁਰਖ ਦਾ ਭੈ ਹੈ, ਜੀਵਨ ਨੂੰ ਸਵਾਰਦਾ ਹੈ। ਗੁਲਾਮੀਆਂ ਮੁੱਕ ਜਾਂਦੀਆਂ ਨੇ ਉਸ ਰੱਬ ਦੇ ਪਿਆਰੇ ਦੇ ਜੀਵਨ ਅੰਦਰ, ਜਿਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦਾ ਭੈ ਹੁਕਮ ਪੂਰਨ ਤੌਰ 'ਤੇ ਮਨ ਵਿੱਚ ਵਰਤ ਜਾਂਦਾ ਹੈ। ਸਵਾਰਿਆ ਗਿਆ ਜੀਵਨ। ਸਤਿਗੁਰੂ ਨੇ ਬੋਲ ਕੇ ਡੱਡਾ ਡਰ ਉਪਜੈ ਡਰ ਜਾਈ, ਡਰ ਮੈਂ ਡਰ ਰਹਿਆ ਸਮਾਈ। ਸਤਿਗੁਰੂ ਜੀ ਕਹਿੰਦੇ ਡਰ ਬਣੇ ਡਰ ਚਲਾ ਜਾਂਦਾ। ਹੁਣ ਕੀ ਅਰਥ ਹੈ? ਡੱਡਾ ਡਰ ਉਪਜੈ, ਅਕਾਲ ਪੁਰਖ ਦਾ ਡਰ ਉਪਜ ਜਾਏ।
ਡਰ ਜਾਈ ਸੰਸਾਰ ਦਾ ਡਰ ਚਲਿਆ ਜਾਂਦਾ। ਉਹ ਡਰਦਾ ਨਹੀਂ ਫਿਰ। ਡਰ ਮੈਂ ਡਰ ਰਹਿਆ ਸਮਾਈ, ਅਕਾਲ ਪੁਰਖ ਦੇ ਭੈ ਡਰ ਦੇ ਅੰਦਰ ਦੁਨੀਆ ਦੇ ਡਰ ਸਮਾਏ ਜਾਂਦੇ ਨੇ। ਜਿਹੜਾ ਅਕਾਲ ਪੁਰਖ ਦੇ ਭੈ ਵਿੱਚ ਆ ਗਿਆ, ਦੁਨੀਆ ਦੇ ਸਾਰੇ ਡਰ ਉੱਥੇ ਮੁੱਕ ਜਾਂਦੇ ਨੇ। ਉੱਥੇ ਡਰ ਨਹੀਂ ਰਿਹਾ ਕਿਸੇ ਵੀ ਰੂਪ ਦਾ, ਭਾਵੇਂ ਜਿੰਨਾ ਵੀ ਯਤਨ ਕੀਤਾ ਹੋਵੇ। ਕਿੰਨੇ ਡਰਾਵੇ ਨੇ ਭਗਤਾਂ ਦੇ ਜੀਵਨ 'ਚ, ਕਿੱਡਾ ਵੱਡਾ ਡਰਾਵਾ ਹੈ। ਬਾਣੀ 'ਚ ਬਚਨ ਆਉਂਦਾ ਹੈ ਭਗਤ ਕਬੀਰ ਜੀ ਦੇ ਜੀਵਨ 'ਚ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਹੁਣ ਭਿਲਾ ਦਾ ਅਰਥ ਹੈ ਪੋਟਲੀ। ਇੱਕ ਬੋਰੇ 'ਚ ਬੰਨ੍ਹ ਦਿੱਤਾ ਭਗਤ ਕਬੀਰ ਨੂੰ, ਹਾਥੀ ਲਿਆਂਦਾ ਗਿਆ, ਸੁੱਟ ਦਿੱਤਾ। ਤਮਾਸ਼ਬੀਨ ਲੋਕ ਵੇਖਣ ਲੱਗੇ। ਭਗਤ ਨਹੀਂ, ਰੱਬ ਦਾ ਪਿਆਰਾ ਡਰਿਆ। ਜਦੋਂ ਇਸ ਤਰ੍ਹਾਂ ਦਾ ਵਰਤਾਰਾ ਵਰਤਿਆ, ਇਹ ਵੀ ਭਗਤ ਜੀ ਦੀ ਸ਼ਕਤੀ ਜੀਵਨ 'ਚ ਵਰਤਾਰਾ ਜਿਹੜਾ ਵਾਹਿਗੁਰੂ ਦਾ ਵਰਤਿਆ। ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਾਹੀ ਕਾਜੀ ਅੰਧਿਆਰੈ। ਕਾਜੀ ਫਤਵਾ ਜਾਰੀ ਕਰਦਾ, ਮਹਾਵਤ ਨੂੰ ਬਾਰ-ਬਾਰ ਕਹਿੰਦਾ ਇਹ ਪੋਟਲੀ ਸਲਾਮਤ ਕਿਉਂ ਹੈ, ਹਾਥੀ ਕਿਉਂ ਨਹੀਂ ਪੈਰ ਰੱਖਦਾ। ਹਾਥੀ ਆਉਂਦਾ ਤੇ ਹੈ, ਸਾਹਿਬ ਜੀ ਕਹਿੰਦੇ, ਪਰ ਪੋਟਲੀ ਤੇ ਪੈਰ ਨਹੀਂ ਰੱਖਦਾ। ਡਰ ਸੀ, ਡਰਾਵਾ ਦੇਣ ਦਾ ਯਤਨ ਕੀਤਾ। ਹੁਣ ਭਾਗਾਂ ਵਾਲਿਓ ਕੀ ਹੋਇਆ? ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਭਗਤ ਕਬੀਰ ਜੀ ਕਹਿੰਦੇ ਭਾਵੇਂ ਜਿੰਨੇ ਵੀ ਹੋ, ਜੋ ਵੀ ਵਰਤਾਰਾ ਵਰਤ ਜਾਏ, ਜੇ ਉਹ ਮਾਲਕ ਸਾਡਾ ਹੈ ਨਾ, ਜੇ ਉਹਦੇ ਨਾਲ ਨੇੜਤਾ ਹੈ, ਜੇ ਉਹਦਾ ਭੈ, ਉਹਦਾ ਹੁਕਮ, ਉਹਦੀ ਸਿਫਤ ਹੈ, ਫਿਰ ਕਿਸੇ ਦੀ ਪਰਵਾਹ ਨਹੀਂ ਰਹਿਣਾ। ਫਿਰ ਨਹੀਂ ਰਿਹਾ। ਫਿਰ ਭਾਵੇਂ ਹਾਥੀ ਆਇਆ, ਭਾਵੇਂ ਸ਼ਾਹ ਆਇਆ, ਭਾਵੇਂ ਕੁਝ ਵੀ ਹੋਇਆ, ਫਿਰ ਉੱਥੇ ਕੋਈ ਭੈ ਨਹੀਂ ਰਿਹਾ। ਕਿਉਂ? ਨਿਰਭਉ ਜਪੈ। ਤੁਸੀਂ ਸਾਡੇ ਮਾਨਵੀ ਮਨ ਨੂੰ ਪੜ੍ਹ ਕੇ ਵੇਖਿਓ, ਕਦੇ ਮਨੋਵਿਗਿਆਨੀ ਨੂੰ ਪੁੱਛ ਕੇ ਵੇਖਿਓ। ਜੋ ਬਾਰ-ਬਾਰ ਮਨ ਸੋਚਦਾ, ਉਹਦਾ ਪ੍ਰਭਾਵ ਸਾਡੇ 'ਤੇ ਜ਼ਰੂਰ ਪੈਣਾ, ਅਤੇ ਉਹ ਬਹੁਤ ਵਾਰ ਜੀਵਨ 'ਚ ਵਰਤਣ ਵੀ ਲੱਗ ਪੈਂਦਾ। ਆ ਬੰਦਾ ਆਫਿਸ ਜਾਂਦਾ, ਸਵੇਰੇ ਉੱਠ ਕੇ ਹੀ ਇਹ ਵਿਚਾਰ ਕਰੇ ਵੀ ਮੈਂ ਲੇਟ ਨਾ ਹੋ ਜਾ, ਲੇਟ ਨਾ ਹੋ ਜਾ, ਲੇਟ ਨਾ ਹੋ ਜਾ। ਉਹ ਆਪਣੇ ਦਫ਼ਤਰ ਤੱਕ ਜਾਂਦਿਆਂ ਵਾਕਈ ਲੇਟ ਹੋ ਜਾਂਦਾ। ਉਦੋਂ ਲਾਈਟਾਂ ਫਿਰ ਸਾਰੀਆਂ ਰੈਡੀ ਮਿਲਦੀਆਂ। ਇਹ ਸਾਡਾ ਮਨੋਵਿਗਿਆਨ ਹੈ ਗੁਰਮੁਖ। ਜੋ ਮਨ ਸੋਚਦਾ ਹੈ ਬਾਰ-ਬਾਰ, ਸਿਮਰਦੇ ਹਾਂ ਜੋ ਆਪਾਂ, ਵੈਸੇ ਆਪਾਂ ਬਣ ਜਾਂਦੇ ਹਾਂ। ਅਤੇ ਜਿਹਨੇ ਨਿਰਭਉ ਨੂੰ ਜਪਿਆ, ਨਿਰਭਉ ਜਪੈ ਸਾਰੇ ਆਖੋ ਸਗਲ ਭਉ ਮਿਟੈ। ਜਿਹਨੇ ਨਿਰਭਉ ਅਕਾਲ ਪੁਰਖ ਨੂੰ ਜਪ ਲਿਆ, ਜਿਹਦੇ ਅੰਦਰ ਚਿੰਤਨ ਹੀ ਅਕਾਲ ਪੁਰਖ ਦਾ ਹੋਇਆ, ਫਿਰ ਉਹਦੇ ਅੰਦਰ ਤੋਂ ਸਾਰੇ ਭੈ, ਸਾਰੇ ਡਰ ਪੂਰਨ ਤੌਰ 'ਤੇ ਮਿਟ ਜਾਂਦੇ। ਡਰ ਰਿਹਾ ਹੀ ਨਹੀਂ ਕਿਸੇ ਵੀ ਰੂਪ ਦੇ ਅੰਦਰ। ਉਹ ਫਿਰ ਗਿਆਨੀ ਬਣ ਜਾਂਦਾ। ਗਿਆਨੀ ਦਾ ਅਰਥ ਜਾਣਕਾਰੀ ਨਹੀਂ, ਗਿਆਨੀ ਦਾ ਅਰਥ ਅਨੁਭਵ। ਗੁਰੂ ਦਰ ਘਰ 'ਚ, ਇਸ ਘਰ 'ਚ ਗਿਆਨ ਦੇ ਅਰਥ ਜਾਣਕਾਰੀਆਂ ਨਹੀਂ। ਗਿਆਨ ਦੇ ਅਰਥ ਹੈ ਰੱਬ ਨਾਲ ਡੂੰਘੀ ਸਾਂਝ, ਗੁਰੂ ਨਾਲ ਡੂੰਘੀ ਸਾਂਝ। ਅਤੇ ਡੂੰਘੀ ਸਾਂਝ ਕਿੱਦਾਂ? ਅਨੁਭਵ ਰੂਪ ਅੰਦਰ। ਗਿਆਨੀ ਉਹ ਹੈ, ਪਰਮਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁੱਝੈ ਸੋਏ। ਦੋਨਾਂ ਦੀ ਆਪਣੇ ਆਪ ਨੂੰ ਪਛਾਣਦੇ ਫਰੋਲਦੇ ਮਾਲਕ ਨੂੰ ਬੁੱਝ ਲਿਆ, ਉਹਦਾ ਬੋਧ ਆ ਗਿਆ। ਉਹ ਗਿਆਨੀ ਗਿਆਨਵਾਨ ਹੈ। ਜਿੱਥੇ ਭੈ ਕਾਹੂ ਕੋ ਦੇਤ ਨੈ, ਕਿਸੇ ਦਾ ਡਰ ਨਹੀਂ। ਤਾਂ ਹੀ ਤੇ ਜਿੱਥੇ ਆਪਾਂ ਤਿਲਕ ਜੰਜੂ ਰਾਖਾ, ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ। ਵੀ ਭਾਈ ਭੈ ਦੇਣਾ ਵੀ ਨਹੀਂ, ਭੈ ਲੈਣਾ ਵੀ ਨਹੀਂ ਕਿਸੇ ਵੀ ਰੂਪ ਅੰਦਰ। ਜੇ ਜਨੇਊ ਦੀ ਗੱਲ ਆਈ ਹੈ ਧੱਕੇ ਨਾਲ ਪਾਉਣ ਦੀ, ਉਹ ਪਾਇਆ ਵੀ ਨਹੀਂ ਜਾਣਾ। ਜੇ ਧੱਕੇ ਨਾਲ ਲਾਉਣ ਦੀ ਗੱਲ ਹੈ, ਉਹ ਵੀ ਨਹੀਂ ਲੈਣ ਦੇਣਾ। ਕਿੰਨੀ ਨਿਰਭੈਤਾ ਹੈ ਜੀਵਨ ਦੇ ਅੰਦਰ। ਨੈ ਭੈ ਮਾਨਤਾਨ, ਕਿਸੇ ਦਾ ਡਰ ਵੀ ਨਹੀਂ ਮੰਨਣਾ। ਡਰ ਹਮੇਸ਼ਾ ਗੁਲਾਮੀ ਜੀਵਨ 'ਚ ਪੈਦਾ ਕਰੇਗਾ। ਧਨ ਦਾ ਜਿਹਦੇ ਅੰਦਰ ਡਰ ਹੈ ਨਾ, ਉਹ ਧਨ ਦਾ ਗੁਲਾਮ ਹੋਏਗਾ, ਉਹ ਲੋਭੀ ਹੋ ਜਾਏਗਾ, ਫਿਰ ਘੱਟ ਵੱਧ ਤੋਲਣਾ ਸ਼ੁਰੂ ਕਰ ਦੇਗਾ। ਧਨ ਦੇ ਡਰ ਨੇ ਗੁਲਾਮੀ ਪੈਦਾ ਕਰ ਦਿੱਤੀ। ਕਿਸੇ ਤਨ ਦੇ ਡਰ ਨੇ ਗੁਲਾਮੀ ਪੈਦਾ ਕਰ ਦਿੱਤੀ।
ਕਿਸੇ ਵੀ ਰੂਪ ਦਾ ਜੋ ਡਰ ਵਰਤਦਾ ਹੈ ਜੀਵਨ ਦੇ ਅੰਦਰ, ਭਾਗਾਂ ਵਾਲਿਓ, ਉਹ ਗੁਲਾਮੀ ਪੈਦਾ ਜ਼ਰੂਰ ਕਰਦਾ ਹੈ। ਤੇ ਸਤਿਗੁਰੂ ਜੀ ਚਾਹੁੰਦੇ ਨੇ, ਜੇ ਮਾਲਕ ਨੇ ਦਾਤ ਬਖਸ਼ੀ ਹੈ, ਜੀਵਨ ਬਖਸ਼ਿਆ ਹੈ, ਹਾਂ ਡਰ ਹੋਏ ਮਾਲਕ ਵਾਹਿਗੁਰੂ ਦਾ, ਉਹਦੇ ਤੋਂ ਬਿਨਾਂ ਹੋਰ ਸਾਹਿਬ ਜੀ ਕਹਿੰਦੇ ਵੀ ਕਿਸੇ ਵੀ ਰੂਪ ਦਾ ਡਰ ਭੈ ਜੀਵਨ 'ਚ ਨਹੀਂ ਚਾਹੀਦਾ। ਮਾਲਕ ਦੇ ਭੈ ਨੇ ਜੀਵਨ ਨੂੰ ਸਵਾਰਨਾ ਹੈ, ਤਰਤੀਬ ਦੇ ਵਿੱਚ ਲੈ ਕੇ ਜਾਣਾ। ਤੇ ਜਿੱਥੇ ਕਿਸੇ ਨੂੰ ਡਰ ਦਿੱਤਾ ਨਹੀਂ, ਨਾ ਕਿਸੇ ਦਾ ਡਰ ਲਿਆ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕੈਸਾ ਉਹ ਸੋਹਣਾ ਜੀਵਨ ਹੈ। ਕਹੋ ਨਾਨਕ ਸੁਨ ਰੇ ਮਨ, ਹੇ ਮੇਰੇ ਮਨ ਸੁਣ, ਗਿਆਨੀ ਤਾਹੇ ਬਖਾਨ। ਉਸ ਨੂੰ ਤੂੰ ਬਖਾਣੀ ਸਮਝੀ, ਕੀ ਸਮਝੀ? ਗਿਆਨੀ, ਗਿਆਨਵਾਨ ਹੈ। ਇਲਮ ਹੋ ਜਾਣਾ ਹੋਰ ਗੱਲ ਹੈ। ਊੜਾ ਊਠ ਇਲਮ ਹੈ, ਏ ਫੋਰ ਐਪਲ ਇਲਮ ਹੈ। ਇਹ ਇਲਮ ਚਾਹੀਦਾ ਹੈ, ਪਰ ਜੇ ਉਹ ਇਲਮ ਅਮਲ ਤੱਕ ਨਹੀਂ ਪਹੁੰਚਿਆ, ਫਿਰ ਸਤਿਗੁਰੂ ਜੀ ਕਹਿੰਦੇ ਕੋਈ ਲਾਭ ਨਹੀਂ। ਮੁਬਾਰਕ ਹੈ ਉਹ ਇਲਮ ਜਿਹਦੇ ਚੋਂ ਅਮਲ ਪ੍ਰਗਟ ਹੁੰਦਾ ਹੋਏ, ਜਿਹਦੇ ਚੋਂ ਜੀਵਨ ਪ੍ਰਗਟ ਹੁੰਦਾ ਹੋਏ। ਗੁਰਦੇਵ ਜੀ ਕਹਿੰਦੇ ਗਿਆਨੀ ਦਾ ਜੀਵਨ ਪ੍ਰਗਟ ਹੈ, ਉਹਦੇ ਜੀਵਨ ਚੋਂ ਪ੍ਰਗਟਾਵਾ ਹੋਏਗਾ, ਉਹਦੇ ਸੁਭਾਅ ਚੋਂ, ਉਹਦੇ ਕਰਨੀ ਚੋਂ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਦੁਨੀਆ ਨੂੰ ਵੀ ਪਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਿਰਭਉ ਨਿਰਵੈਰ ਨੇ, ਤੇ ਉਹਨਾਂ ਦਾ ਸਦਕਾ ਕਿੰਨਿਆਂ 'ਚ ਨਿਰਭੈਤਾ ਆ ਗਈ, ਉਹਨਾਂ ਦਾ ਸਦਕਾ ਕਿੰਨਿਆਂ 'ਚ ਨਿਰਵੈਰਤਾ ਆ ਗਈ ਗੁਰੂ ਕੇ ਪਿਆਰਿਆਂ ਦੇ ਅੰਦਰ। ਜਿੱਥੇ ਕਹਿੰਦੇ ਸੀ ਕਿਸੇ ਕੋਲ ਤਾਕਤ ਨਹੀਂ ਹੈ ਕਿਸੇ ਦੇ ਜ਼ੁਲਮ ਦੇ ਖਿਲਾਫ ਕੋਈ ਕਹਿ ਸਕੇ, ਕੋਈ ਬੋਲ ਸਕੇ, ਪਰ ਸਤਿਗੁਰ ਕਹਿੰਦੇ ਨਹੀਂ ਭਾਈ, ਜੇ ਮਾਲਕ ਨੇ ਸਾਨੂੰ ਆਦਾਤ ਆ ਜੀਵਨ ਬਖਸ਼ਿਸ਼ ਕੀਤਾ, ਜਿਨ੍ਹੇ ਦਿੱਤਾ ਉਹ ਖੋ ਸਕਦਾ। ਅਕਾਲ ਪੁਰਖ ਦੀ ਦਾਤ ਹੈ, ਕਿਸੇ ਬੰਦੇ ਦੀ ਮੁਥਾਜੀ ਕਿਉਂ ਹੈ। ਤੇ ਜਿੱਥੇ ਇਸ ਪ੍ਰਕਾਰ ਦਾ ਜੀਵਨ ਸਤਿਗੁਰੂ ਜੀ ਕਹਿੰਦੇ ਵਰਤਿਆ, ਉਹ ਗਿਆਨੀ ਆਖਿਆ ਜਾਏਗਾ, ਸ੍ਰੇਸ਼ਟ ਉਸ ਨੂੰ ਆਪਾਂ ਆਖ ਸਕਦੇ ਹਾਂ ਜੀਵਨ ਦੇ ਅੰਦਰ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਜਦੋਂ ਆਪਾਂ ਗੁਰਦੇਵ ਦਾ ਜੀਵਨ, ਕਿਉਂਕਿ ਜਿੰਨੀ ਵੀ ਬਾਣੀ ਹੈ ਨਾ, ਸਤਿਗੁਰਾਂ ਨੇ ਜੋ ਜੀਣਾ ਕੀਤਾ, ਬਾਣੀ ਇਕੱਲੇ ਅੱਖਰ ਨਹੀਂ ਮਾਫ ਕਰਨਾ, ਸਿਹਾਰੀਆਂ ਬਿਆਰੀਆਂ ਨੇ, ਉਹ ਤੇ ਬਿਆਨ ਕਰ ਦਾਂਗੇ ਆਪਾਂ ਬਹੁਤ ਵਾਰ। ਬਾਣੀ ਅਨੁਭਵ ਹੈ ਗੁਰੂਆਂ। ਹਾਂ, ਜਿਹੜਾ ਅਕਾਲ ਪੁਰਖ ਦਾ ਅਨੁਭਵ ਗੁਰੂਆਂ ਨੂੰ ਭਗਤਾਂ ਨੂੰ ਹੋਇਆ, ਉਹਨਾਂ ਨੇ ਬੋਲੀ ਰੂਪ ਅੰਦਰ, ਅੱਖਰਾਂ ਰੂਪ ਅੰਦਰ ਬਿਆਨ ਕੀਤਾ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਰਾਹੀਂ ਬਿਆਨ ਕੀਤਾ। ਤੇ ਬਾਣੀ ਸਤਿਗੁਰਾਂ ਦਾ ਜੀਵਨ ਹੈ, ਗੁਰੂਆਂ ਦਾ ਅਨੁਭਵ ਹੈ, ਜੋ ਸਤਿਗੁਰਾਂ ਨੇ ਉਹ ਅਨੁਭਵ ਸਾਡੇ ਸਾਹਮਣੇ ਰੱਖੇ। ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿੱਥੇ ਜਲਾਲੂਦੀਨ ਚਾਹੁੰਦਾ, ਜਲਾਲੂਦੀਨ ਚਾਹੁੰਦਾ ਹੈ ਕਿਸੇ ਨਾ ਕਿਸੇ ਰੂਪ ਅੰਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮੇਰੇ ਭੈ, ਮੇਰੇ ਡਰ, ਮੇਰੀ ਤਲਵਾਰ ਦੇ ਵਾਰ ਦੇ ਉਸ ਭੈ ਦੇ ਅੰਦਰ ਆ ਜਾਣ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਆਖੇ ਸਨ, ਜਲਾਦ ਐ ਜਲਾਲੂਦੀਨ, ਠੀਕ ਹੈ ਤੂੰ ਵੀ ਬੜੇ ਚਿਰ ਤੋਂ ਇਹ ਕੰਮ ਕਰ ਰਹੇ, ਬੜੇ ਚਿਰ ਤੋਂ ਸਿਰ ਵੱਢ ਰਹੇ ਹੈ, ਬੜੇ ਚਿਰ ਤੋਂ ਤੂੰ ਇਹ ਆਪਣਾ ਪੁਸ਼ਤਾਂ ਤੋਂ ਕੰਮ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡੀ ਵੀ ਪੁਸ਼ਤ ਚੱਲਦੀ ਹੈ। ਇੱਕ ਪਾਸੇ ਤਲਵਾਰ ਦਾ ਜ਼ੋਰ ਹੈ, ਇੱਕ ਪਾਸੇ ਬਾਦਸ਼ਾਹ ਕਹਿੰਦਾ ਮੈਂ ਤਲਵਾਰ ਦੇ ਜ਼ੋਰ ਨਾਲ। ਤਾਂ ਹੀ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਬਾਦਸ਼ਾਹ ਠੀਕ ਹੈ ਦਿੱਲੀ ਦੇ ਤਖਤ ਤੇ ਬਹਿ ਜਾਂਦਾ ਹੈ, ਜ਼ੋਰ ਵਰਤਦਾ, ਸਤਿਗੁਰੂ ਤੇਰੇ ਘਰ ਦੀ ਕਲਾ ਸੀ, ਤੂੰ ਲੋਕਾਂ ਦੇ ਦਿਲਾਂ ਦੇ ਤਖਤ ਤੇ ਬਹਿ ਗਿਆ। ਦਿੱਲੀ ਵਾਲਾ ਤਖਤ ਪਤਾ ਨਹੀਂ ਕਿੰਨੀ ਵਾਰ ਉਜੜਿਆ, ਪਰ ਜਿਹੜੇ ਦਿਲਾਂ ਦੇ ਤਖਤ ਤੇ ਬਾਬਾ ਤੂੰ ਬਹਿ ਗਿਆ, ਸਦਾ ਹੀ ਬੈਠਾ ਰਹੇ, ਸਦਾ ਹੀ ਪ੍ਰਭਾਵ ਰਹੇਗਾ ਸਤਿਗੁਰੂ ਦਿਲਾਂ ਤੇ ਜੀਵਨ ਤੇ। ਕਿਉਂਕਿ ਤੇਰਾ ਉਹ ਜੀਵਨ, ਤੇਰੇ ਉਹ ਬੋਲ,
ਤੇਰਾ ਉਹ ਬਲਿਦਾਨ ਕਦੇ ਬਿਰਥਾ ਨਹੀਂ ਜਾਂਦਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜਲਾਲੂਦੀਨ ਤਲਵਾਰ ਚਲਾਉਂਦਾ ਹੈ, ਮੇਰੇ ਸਾਹਿਬ ਸੱਚੇ ਪਾਤਸ਼ਾਹ ਉੱਥੇ ਵੀ ਮੁਸਕਰਾਉਂਦੇ ਨੇ। ਤੇ ਤਿੰਨ ਗੱਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ। ਗੁਰਮੁਖਾਂ ਨੇ ਜਦੋਂ ਸਾਹਿਬ ਦਾ ਜੀਵਨ ਵੇਖਿਆ ਨਾ ਵੀ ਸਤਿਗੁਰੂ ਤੁਸੀਂ ਨਿਰਭਉ ਹੋ, ਤੁਸੀਂ ਨਿਰਵੈਰ ਹੋ, ਸਤਿਗੁਰੂ ਭੈ ਦਿੱਤਾ ਵੀ ਨਹੀਂ, ਭੈ ਕਿਸੇ ਦਾ ਲਿਆ ਵੀ ਨਹੀਂ। ਧੰਨ ਗੁਰੂ ਤੇਗ ਬਹਾਦਰ ਸਤਿਗੁਰੂ ਤੁਸੀਂ ਮਨੁੱਖਤਾ ਨੂੰ ਸਭ ਤੋਂ ਪਹਿਲੋਂ ਸਾਹਿਬ ਨੇ ਆ ਬੋਲ ਦਿੱਤੇ। ਬੋਲ ਵਿੱਚੋਂ ਬਲ ਮਿਲਦਾ ਹੈ ਗੁਰਮੁਖ। ਆ ਬਾਣੀ ਦੇ ਜਿੰਨੇ ਵੇਖੋ ਬੋਲ ਬਲ ਹੀ ਹੈ ਨਾ। ਹਰੇਕ ਬੋਲ ਕਿਸੇ ਬਲ ਕਿਸੇ ਤਾਕਤ ਦੇ ਨਾਲ ਭਰੇ। ਸਤਿਗੁਰੂ ਤੁਸੀਂ ਬੋਲਾਂ ਰਾਹੀਂ